ਦੁਆਦਸੀ ਬਾਰਸ ਨੂੰ ਕਹਿੰਦੇ ਨੇ 12ਵੀਂ ਥਿਤ ਹੈ। ਇਸ ਥਿਤ ਨੂੰ ਸਿਧਾਂਤ ਬਣਾ ਕੇ ਧੰਨ ਗੁਰੂ ਨਾਨਕ ਦੇਵ ਜੀ ਸਾਨੂੰ ਦੱਸ ਰਹੇ ਨੇ, ਦਇਆ ਦਾਨ ਕਰ ਜਾਣੇ। ਇਸ ਦੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ ਤੇ ਆਪਾਂ ਨੇ ਦੋਵੇਂ ਹੀ ਸਮਝ ਲੈਣੇ ਨੇ। ਪਹਿਲਾ ਅਰਥ ਹੈ ਦਇਆ ਦਾਨ। ਦਇਆ ਤੇ ਦਾਨ ਕਰ ਜਾਣੇ। ਦਇਆ ਕਰਨੀ ਤੇ ਦਾਨ ਕਰਨਾ, ਇਸ ਦਾ ਮਨੁੱਖ ਨੂੰ ਗਿਆਨ ਹੋਣਾ ਚਾਹੀਦਾ ਹੈ, ਇਸ ਦਾ ਜਾਣੂ ਹੋਣਾ ਚਾਹੀਦਾ ਹੈ। ਦਇਆ ਕਿਹਦੇ ਤੇ ਕਰਨੀ ਹੈ, ਇਹ ਸਾਨੂੰ ਸੋਝੀ ਹੋਣੀ ਚਾਹੀਦੀ ਹੈ, ਤੇ ਦਾਨ ਕਿਸ ਨੂੰ ਕਰਨਾ ਹੈ, ਇਹ ਵੀ ਸਾਨੂੰ ਸੋਝੀ ਹੋਣੀ ਚਾਹੀਦੀ ਹੈ। ਮਨੁੱਖ ਆਪਣੇ ਧਰਮ ਦੀ ਕਮਾਈ ਦੇ ਵਿੱਚੋਂ ਜੋ ਵੀ ਪਰਉਪਕਾਰ ਦੇ ਲਈ ਵਰਤਦਾ ਹੈ, ਉਸ ਨੂੰ ਸੱਚਾ ਤੇ ਸੁੱਚਾ ਦਾਨ ਮੰਨਿਆ ਗਿਆ ਹੈ। ਕਮਾਈ ਜਿਹੜੀ ਦਸਾਂ ਨੌਵਾਂ ਦੀ ਹੋਵੇ, ਧਰਮ ਦੀ ਕਮਾਈ ਹੋਵੇ, ਉਹਦੇ ਵਿੱਚ ਲੇਸ ਮਾਤਰ ਵੀ ਕਿਸੇ ਤਰ੍ਹਾਂ ਦੀ ਕੋਈ ਬੇਈਮਾਨੀ ਜਾਂ ਕੋਈ ਹੋਰ ਉਲਝਣ ਨਾ ਹੋਵੇ ਤੇ ਸ਼ਰਧਾ ਭਾਵਨਾ ਦੇ ਨਾਲ ਕੀਤਾ ਗਿਆ ਦਾਨ ਹੈ ਜਿਹੜਾ, ਇਹ ਪ੍ਰਫੁੱਲਤ ਹੁੰਦਾ ਹੈ। ਹੁਣ ਅੱਗੇ ਸਵਾਲ ਪੈਦਾ ਹੁੰਦਾ, ਦਾਨ ਕਿਹਨੂੰ ਕਰਨਾ ਹੈ? ਧੰਨ ਗੁਰਬਾਣੀ ਦੇ ਅੰਦਰ 5 ਦੈਵੀ ਗੁਣ ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸੇ ਨੇ, ਉਹਨਾਂ ਵਿੱਚ ਇਹ ਦਾਨ ਵੀ ਆਉਂਦਾ ਹੈ। ਤੇ ਦਾਨ ਹੈ ਜਿਹੜਾ, ਇਹ ਲੋੜਵੰਦ ਨੂੰ ਕੀਤਾ ਜਾਣਾ ਚਾਹੀਦਾ ਹੈ। ਜਿਸ ਨੂੰ ਲੋੜ ਹੈ, ਜਿਸ ਨੂੰ ਜ਼ਰੂਰਤ ਹੈ, ਉਸ ਨੂੰ ਦਿੱਤਾ ਗਿਆ ਦਾਨ ਹੈ ਜਿਹੜਾ, ਉਹ ਲੱਗਦਾ ਹੈ, ਪ੍ਰਫੁੱਲਤ ਹੁੰਦਾ ਹੈ। ਦਇਆ ਮਨੁੱਖ ਦੇ ਅੰਦਰ ਦੂਜਿਆਂ ਦੇ ਪ੍ਰਤੀ ਹਮੇਸ਼ਾ ਹੀ ਭਲਾ ਚੱਲਦਾ ਰਹੇ, ਭਲੇ ਵਾਲੀ ਸੋਚ ਹੋਵੇ, ਤੇ ਭਲੇ ਵਾਲੀ ਸੋਚ ਜਿਹੜੀ, ਉਹਨੂੰ ਦਇਆ ਆਖਿਆ ਗਿਆ ਹੈ। ਜਿਹੜੀ ਅੰਦਰ ਬੁਰਾਈ ਵਾਲੀ ਸੋਚ ਹੈ, ਉੱਥੇ ਦਇਆ ਨਹੀਂ ਆਏਗੀ। ਦਇਆ ਉੱਥੇ ਆਏਗੀ ਜਿਹੜਾ ਮਨੁੱਖ ਦੂਜਿਆਂ ਦਾ ਭਲਾ ਸੋਚਦਾ ਹੈ। ਇੱਕ ਇਹ ਅਰਥ ਕੀਤਾ ਵਿਦਵਾਨਾਂ ਨੇ। ਤੇ ਦੂਸਰਾ ਅਰਥ ਜਿਹੜਾ ਦਇਆ ਦਾਨ ਕਰ ਜਾਣੇ। ਦਇਆ ਦਾ ਦਾਨ ਜਿਹੜਾ, ਇਹ ਵੀ ਕਰਨਾ ਜਾਣਦਾ ਹੋਵੇ ਵੀ ਦਇਆ ਦਾ ਦਾਨ ਕਿਵੇਂ ਕਰਨਾ ਹੈ। ਜਿਵੇਂ ਦਇਆ ਦਾਨ, ਦਇਆ ਵੀ ਕਰਨੀ ਹੈ ਤੇ ਦਾਨ ਵੀ ਕਰਨਾ ਹੈ। ਦਾਨ ਜਿਹੜਾ, ਇਹ ਲੋੜਵੰਦ ਨੂੰ ਕਰਨਾ ਹੈ। ਦਇਆ ਜਿਹੜੀ, ਇਹ ਜ਼ਾਲਮ ਤੇ ਨਹੀਂ ਕਰਨੀ, ਦੁਸ਼ਟ ਤੇ ਨਹੀਂ ਕਰਨੀ, ਇਹ ਪੁੰਨੀ ਮਨੁੱਖ ਤੇ ਧਰਮੀ ਮਨੁੱਖ ਤੇ ਦੁਖੀ ਮਨੁੱਖ ਤੇ ਕਰਨੀ ਹੈ। ਦਇਆ ਦਾਨ ਕਰ ਜਾਣੀ। ਤੇ ਦਇਆ ਦਾ ਦਾਨ ਜਿਹੜਾ, ਇਹ ਕਿਵੇਂ ਕਰਨਾ, ਇਹ ਵੀ ਜਾਣਦਾ ਹੈ। ਜਿਵੇਂ ਕੋਈ ਮਨੁੱਖ ਹੈ, ਉਹ ਕਿਸੇ ਬਿਮਾਰੀ ਦੇ ਨਾਲ ਪੀੜਤ ਹੈ, ਸੰਗਤਾਂ ਨੇ ਇਕੱਤਰ ਹੋ ਕੇ ਧੰਨ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ, ਸੱਚੇ ਸਤਿਗੁਰ ਜੀ ਕਿਰਪਾ ਕਰੋ, ਗੁਨਾਹਗਾਰ ਤਾਂ ਅਸੀਂ ਸਾਰੇ ਹੀ ਹਾਂ, ਸਾਰਿਆਂ ਤੋਂ ਕੋਈ ਨਾ ਕੋਈ ਗੁਨਾਹ ਹੋਇਆ ਹੈ, ਪਰ ਤੂੰ ਦਿਆਲੂ ਹੈ, ਕਿਰਪਾਲੂ ਹੈ, ਤੇ ਰਹਿਮਤ ਕਰ, ਇਸ ਤੇ ਦਇਆ ਕਰਕੇ ਇਸ ਦਾ ਦੁੱਖ ਦੂਰ ਕਰ ਦੇ। ਇਹ ਦਇਆ ਦਾ ਦਾਨ ਹੈ ਜਿਹੜਾ, ਇਹ ਹੋ ਗਿਆ। ਉਸ ਪਰਮਾਤਮਾ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਦੀ ਦਇਆ ਕਿਸੇ ਨੂੰ ਦਵਾ ਦੇਣੀ, ਇਹ ਦਇਆ ਦਾ ਦਾਨ। ਇਹ ਦੂਜਾ ਅਰਥ ਕੀਤਾ। ਮੈਂ ਇੱਕ ਵਾਰੀ ਫਿਰ ਦੱਸਾਂਗਾ, ਦੋ ਅਰਥ ਨੇ। ਇੱਕ ਅਰਥ ਹੈ ਦਇਆ ਵੀ ਕਰਨੀ ਜਾਣਦਾ ਹੋਵੇ ਤੇ ਦਾਨ ਵੀ ਕਰਨਾ ਜਾਣਦਾ ਹੋਵੇ। ਕਰ ਜਾਣੇ ਦਾ ਅਰਥ ਹੈ ਕਰਨਾ ਜਾਣਦਾ ਹੋਵੇ, ਭਾਵ ਕਰਦਾ ਹੋਵੇ, ਦਇਆ ਵੀ ਕਰਦਾ ਰਹੇ ਤੇ ਦਾਨ ਵੀ ਕਰਦਾ ਰਹੇ। ਤੇ ਦੂਜਾ ਹੈ ਦਇਆ ਦਾਨ ਕਰ ਜਾਣੇ। ਦਇਆ ਦਾ ਦਾਨ ਹੈ ਨਾ ਜਿਹੜਾ, ਇਹ ਵੀ ਕਰਨਾ ਜਾਣਦਾ ਹੋਵੇ। ਦਇਆ ਦਾ ਦਾਨ ਜਦੋਂ ਅਸੀਂ ਸੱਚੇ ਸਤਿਗੁਰ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿਸੇ ਦਾ ਦੁੱਖ ਦੂਰ ਕਰਨ ਵਾਸਤੇ, ਇਹ ਦਇਆ ਦਾ ਦਾਨ ਹੈ। ਇਹ ਦੋਵੇਂ ਅਰਥ ਹੀ ਆਪ ਸੰਗਤਾਂ ਨੇ ਸਮਝ ਲੈਣੇ ਨੇ। ਦੁਆਦਸੀ ਨੂੰ ਸਿਧਾਂਤ ਬਣਾ ਕੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ, ਦਇਆ ਦਾਨ ਕਰ ਜਾਣੇ। ਉਸ ਪਰਮਾਤਮਾ ਦੇ ਅੱਗੇ ਰਜੋਈਆਂ ਅਰਦਾਸਾਂ ਬੇਨਤੀਆਂ ਕਰਕੇ ਉਸ ਦੇ ਘਰ ਤੋਂ ਕਿਸੇ ਦੁਖਿਆਰੇ ਨੂੰ ਦਇਆ ਦਾ ਦਾਨ, ਉਹਦੀ ਝੋਲੀ
परमात्मा तो पवा लेना, ये भी करना जानता होवे जी। बाहर जातो भीतर आना। ते दूसरा सिद्धांत ये माने जिहड़ा साडा ये बाहर जांदा है, इनू बाहर जाण तो रोक के ते अंदर नू लैके आवे। हुण अंदर किवें लैके आउणा है ते बाहर किवें जांदा है। मन दे विच जदों बाहर दीयां गल्लां चलदियां उदों ही बाहर जा रहे हैं। मन दे अंदर कोई ना कोई विचार चलती रहती है। मन विचारां दा समूह है। जिहड़ी भी कोई बाहर दी गल है वो मन दे विच चलदी है ते मन जिहड़ा ये बाहर जा रहा है, अंदर नहीं टिकिया होया। भीतर आना है ते अंदर किवें लैके आउणा है। जदों अंदर दीयां गल्लां, हुण अंदर दी गल की है, प्रभु परमात्मा दी अपने अंदरों खोज करनी, अंदरों मन दे नाल सुरत दे नाल जुड़ना, ये अंदर आ गया है। बाहर जातो माने जिहड़ा जदों संसारिक व्यवहारिक बाहर दीयां गल्लां करदा है, बाहर दे ख्यालां दे विच रहिंदा है ते फिर ये बाहर जांदा है। जदों मन अंदर नाम दे नाल सुरत करके जुड़ जांदा है ते फिर ये अंदर आ जांदा है। बस यही बाहर ते अंदर है। जिहड़ा मनुख अंतर्मुखी हुंदा है ना, अंतर्मुखी उन्होंने आख्या जाता है जिहड़ा अपने मन के अंदर प्रभु परमात्मा की खोज करता रहता है, उस वैगुरू नूं लभदा रहता है, वो अंतर्मुखी हो गया है। जिहड़ा बाहरों धन लभदा है, बाहरों पदार्थ लभदा है, बाहरों रोजी रोटी लभदा है, कुछ भी बाहरों लभदा है, बाहरों परिवार लभदा है, बाहरों होर अणक प्रकार के पदार्थ ने जिहड़े जिन्हां नूं मायकी पदार्थ मन्निया गया, ये लभदा ते ये बाहर मुखी है, अंतरमुखी नहीं हैगा। धन गुरु जी रहमत करते ने, दया करनी, दान करना, ये भी जानदा होवे ते प्रभु परमात्मा तो दया का दान किवें किसी नूं लैके देना है, ये भी जानदा होवे। माने जिहड़ा ये बाहरी ख्यालां दे नालों टुट के ते अंतर्मुखी प्रभु परमात्मा दे नाल जोड़दा होवे जी। वरती वर्त रहन काम। वर्ती दा अर्थ हुंदा वर्त रखण वाला, उहनूं वर्ती आख्या जांदा है जिहड़ा एक दिन पक्का वर्त रखदा होवे। जिवें कोई एक दिन लै लैंदे ने सोमवार जां मंगलवार, ये 7 वार ने, 7 वारां दे जिहड़े वर्त ने ना, ये 7 देवतियां दे नाल, जिवें सोमवार शिव जी का वर्त रखते हैं, मंगलवार किसी देवी का, इस तरह इन्हां नूं मन्निया गया है। जिहड़ा नियम दे नाल वर्त रखदा होवे उहनूं फिर वर्ती आख दिंदे ने। जिवें गुरु सवारा कोई किरपा जिंदे ते गुरु दी, वो धन गुरु महाराज जी की बाणी का हर रोज़ नितनेम करता है, आपां नितनेमी आख दिंदे आ। उवें सनातन धर्म दे विच वर्ती उहनूं आख्या जाता है जिहड़ा नियम दे नाल वर्त की पालना करता है, वर्त रखता है। गुरु महाराज जी रहमत करते हैं, वर्ती वर्त रहे निहकाम। ये वर्त रखना करे ते इस वर्त का वर्ती बने। किहड़े दा निहकाम, निह दा अर्थ हुंदा नहीं ते काम दा अर्थ है इच्छा। मनुख दे मन दे विच कोई भी कामना ना होवे, कोई भी इच्छा ना होवे, ये वर्त रखना करे। हुण मैं तिन्ने तुकां ने इन्हां नूं थोड़ा समझा के फिर अगे चलांगे। अगे जो गुरु महाराज जी सच्चे सतगुर सानूं दसदे ने, फिर उनकी समझ आएगी। धन गुरु महाराज जी ने कुछ नियम दसे ने सानूं जिंदगी जिउण दे, ते वो नियम ने साडे अंदर दुखियारे नूं, दुखी नूं वेख के दया आ जानी चाहिए है। ते साडे कोले परमात्मा दा दिता अगर कुछ हैगा है ते साडी भावना है जिहड़ी वो देण वाली होनी चाहिए है। दान का अर्थ ये हुंदा है कि अंदर की भावना है ना जिहड़ी वो कुछ देण दी होवे। सानूं परमात्मा ने कुछ ना कुछ जरूर दिता है। असी किसी न किसी पक्षों अमीर जरूर हाँ, सारे पक्षों नहीं, कोई ना कोई पक्ष इस तरह का साडे कोल हैगा जिधरों असी बड़े अमीर हाँ। कोई अकल करके बड़ा अमीर है, धन दौलत करके नहीं, अकल करके बड़ा अमीर है, बड़ा सियाना है।
कोई विद्या करके बड़ा अमीर है, उनके कोल बड़ी विद्या है। कोई माया करके बड़ा अमीर है, कोई ताकत करके बड़ा अमीर है। उनके कोल शरीरिक ताकत है ना जिहड़ी वो बड़ी है, 2-2 4-4 जाणियां नूं उठा लैंदा है। अमीरी सारियां दे कोल है, किसी ना किसी कोल किसी ना किसी तरह की अमीरी है। किसी कोल दलेरी की अमीरी है, दलेर बड़ा है। तो हुण दान उंदा ही कीता जाएगा ना जिहड़ी चीज़ अपने कोल हैगी है। एक बेचारा आप तरले लैके मसा रोटी पूरी करता है, अपना समा पास करता है, तो जे आखिए भी पैसे का दान करे तो नहीं कर सकता, फिर परमात्मा ने उन्होंने दान करने वास्ते कुछ और दिता है भी तू इनका दान कर। ਜਾਂ तो उसके अंदर दया है, ਜਾਂ शरीरिक क्षमता है, ਜਾਂ फिर उनके कोले अकल ज़्यादा है, ਜਾਂ फिर उनके कोले विद्या है। ऐसा नहीं तो कोई होर चीज़ है, जो भी है उसका दान करें। तो दान तो भाव होता देन वाली भावना रखे, लैन वाली ना रखे। आप जी नूं चुनख लिखी जी होए ने, उन्हां दी साखी सरवण कराने आ। फिर थोड़ी जी दान जिहड़ा ना ये भी एक नियम है, तो ये नियम दे नाल कीता गया दान है जिहड़ा ये प्रफुल्लित हुंदा है। लिखी होए ने चुनख जी। चुनख लिखी पिंड चों बाहर एक झुग्गी बना के लिया करते सन, ते इस दे परिवार दे विच 4 मैंबर ने। चुनख लिखी आपने, इन्हां दी पत्नी है, इन्हां दा पुत्र है, इन्हां दी नूह रानी है, ये 4 मैंबर ने। पिंड दे विचों बच्चे पढ़न वास्ते जाते ने। बच्चे पढ़न वास्ते जाते ने ते बच्चे कुछ ना कुछ हर रोज़ लै जाते ने अपने विद्या दाते वास्ते। जो भी बच्चे लियाउंदे ने वो सारा इकट्ठा करके ते उनके 5 हिस्से किए जाते हैं हर रोज़। 4 हिस्से 4 मैंबरां वास्ते ते 5वां हिस्सा जिहड़ा वो दान करने वास्ते। जिहड़ा भी परमात्मा की रहमत किरपा दे नाल दर ते लोड़वंद आ जाएगा ना, तो हुण जो भी आया है नगर दे विचों बच्चे लैके आए ने, वो 5वां हिस्सा जिहड़ा कीता गया उन्होंने मिल जाना है। एक वक्त इस तरह का आया, परमात्मा ने आख्या चलो आप इनकी थोड़ी परख करिए, किड्डा कुदानी है, किन्ना कुदान करता है, किन्नी को श्रद्धा भावना वाला है, अपने नियम दे विच किन्ना को पक्का लैंदा है। वर्षा शुरू होगी है, 7 दिन लगातार मीह पई गया। बच्चे सन जेड़े मीह तो डरते नहीं पहुँचे, बच्चे नहीं पहुँचे तो खान पीन का समान भी नहीं पहुँचा। 5-7 दिनों के भुखे ने, धुप निकलीए। कीड़ियां का सुभाव हुंदा है कि इस तरह के मौसम के वास्ते ना अपनियां खुड्डां दे विच दाने जमा करके रखते हैं। कीड़ियां ने जिहड़े दाने जमा किए सन उन्हां दे अंदरों गिरी खा लीए, ते जिहड़े फुलक ने ना बचे अपनी खुड नूं साफ करन दे लई मीह रुकिया वेख के बाहर ढेर ला दिता है। चुनख लिखी दी निगाह पै गई है, कहंदा भाई इस तरह करो, इन्हां दी जिहड़ी वेस्ट है ना ये सारी लै आओ। लियांदी गई है, घोटे कुंडे च पाईए, दब के उन्होंने बरीक किया गया है, उहदे च खुला पानी पा के ते उस पानी के 5 गिलास तैयार किए गए ने। इतने नूं एक बड़े गरीबड़े जे रूप दे विच परमात्मा उतर आए ने। आन के अलख जगाईए ते रिखी जी ने गिलास उन्होंने अगे कर दिता है, छक गए ने ते नाल ही वचन हो गया, अजे तृप्ति नहीं हुई, दूजा गिलास आप दा दे दिता है, तीजा पत्नी का भी दे दिता है, चौथा पुत्र का दे दिता है, ते 5वां गिलास नूह रानी का भी दे दिता है। 5 गिलास सन, 5 गिलास उन्होंने दे दिते ने। 7 दिनों के भुखे ने ते आए हुए अतिथि की सेवा दे विच जो मिलिया सी 7वें दिन खान नूं वो दे दिता है। परमात्मा खुश हो गए ने, इनू आखदे ने दान। परमात्मा वैगुरू खुश हो गए, खुश हो के चुनख आचार्य तो चुनख लिखी वाली पदवी मिल गई है। इस तरह का कीता होया नियमबंद दान है जिहड़ा
कर जाने ये भी जानता होवे ते दया जिहड़ी मन दे विच ये भी होवे। बाहर जातो भीतर आने, बाहर दे ख्याल, बाहर दियां विचारां, बाहर दियां सोचनियां छड्ड के ते अंदर परमात्मा दी प्राप्ति वाली सोच जिहड़ी, गुरु वाली सोच जिहड़ी ये अंदर चल रही होवे, इनू कहते ने अंतरमुखी। अंदर आ गया इसका मन, ये अंदर टिक गया, बाहर नहीं निकलता। बाहर कुछ भी हो जाता, कोई चक के लै गया, कोई धर के चला गया है। एक बारी धन गुरु नानक देव जी सच्चे सतगुर जा रहे सन ते बाबा मरदाना जी ने सवाल कर दिता, सच्चे सतगुर जी आप साध की बड़ी वडियाई करते हो ते किते दर्शन ही करवा दिओ। ते गुरु नानक देव जी कहते चल भाई मरदाना जी तेरी ये भी इच्छा पूरी कर दिन्ने आ। धन गुरु नानक देव जी एक पूर्ण साधु के पास लै गए बाबा मरदाना जी नूं, थोड़ा दूर बैठ गए ने। किसी ने तमन्ना की है भी मेरे पुत्र का विआह हो जाए तो मैं ना थाल भर के लड्डुआं दा संत जी तुहानूं भेंट करांगा। उसकी तमन्ना पूरी हो गई है। उन्हें एक परात वड्डी सारी थाल लैके ते लड्डू भर के लिया के अगे रख दिते ने। ये साधु उस व्यक्ति दे विच रहा है, लालच नहीं आया भी वाह लड्डू आ गए ने हुण खाना करिए। एक लड्डुआं का होर भी प्रसंग है जो 6वें पातशाह साहब गुरु हरगोबिंद सिंह महाराज जी के इतिहास जीवन के नाल जुड़िया, वो भी आप जी के चरणों च हाजिर करांगे। इस तरह कोई होर आ गया, वो कहता बूबना किन्ने लड्डू रखी बैठा है वेलड़, इनू लड्डुआं की की लोड़ है, वो थाल चक के रह गया। तो साध की बिरती है जिहड़ी उस तरह ही खुशी के विच आनंद के विच रही, क्योंकि इनू बाहर का ख्याल ही कोई नहीं। बाहरों कोई चक गया, कोई धर गया, कोई लै गया, कोई रख गया, इस दे नाल इनका कोई मतलब नहीं, अंतरमुख है। धन गुरु 6वें पातशाह साहब गुरु हरगोबिंद सिंह महाराज जी बबेकसर सरोवर की सेवा करवा रहे सन। ये सेवा धन गुरु हरगोबिंद सिंह महाराज जी ने बाबा बुढ़ा जी की सुपुर्ददारी दे विच करवाई है। बाबा बुढ़ा जी के कहने ते करवाई सी। सेवा करवा रहे ने ते किसी के शरीर ते ना एलर्जी सी, कोड़ सी, इस तरह कह लो। इन्हें अरदास की है जी मेरा ये एलर्जी कोड़ या जी खुरक जी है ना ठीक हो जाए तो मैं आप जी नूं मोतीचूर के जेडे लड्डू ने ना वो भेंट करांगा। ये ठीक हो गया, लड्डुआं का थाल भर के लै आए। एक मेरे वर्गा सी बेटे, उन्हें जदों लड्डुआं का थाल वेखिया ना तो मन दे विच वासना आ गई भी जे 6वें पातशाह किरपा करना तो ये आखदे ने भी सेवादारा तू सारे लड्डू चक के खा जा ते आनंद ही बज जे। धन गुरु महाराज जी अंतरजामी शहनशाह मेरे सच्चे सतगुर जी इन्होंने वेख लिया भी गुरसिख के अंदर की भावना वासना बन गई। आवाज़ मारी आ भाई रंगड़ सिया आप तेरे लड्डू ने ते शक इन्होंने, इन्हें जेड़े सन ना लड्डू सारे दे सारे शक ले ते दूजे तीजे दिन इनके शरीर ते उस तरह कोड़ हो गया जिमें वो लड्डू दे के गया सी। कहता सच्चे सतगुर आप जी के नाल रहने ते आप जी की सेवा करते हैं, गुरु घर की सेवा में लगे रहने ते बीमारी जी पता नहीं कितों लग गई है, किरपा करो। गुरु महाराज जी कहते तू लई है भाई, लगी नहीं, किसी की उधारी लई है, मंग के लई है तू। बड़ा हैरान होया, कहता सच्चे सतगुर मैं कदों मंगांगा, मैनू की लोड़ इस तरह दी बीमारियां मंगन की। फिर गुरु महाराज जी ने दसिया भी इस तरह गुरसिख सी ते उन्हें अरदास की सी, वो भाई लड्डू दे गया सी, उनकी अरदास पूरी हो गई तो तू लड्डू मंग ले तो ये तेनों मिल गई है। फिर कहते महाराज जी फिर सारी संगत जे वंडे जाते सारिਆਂ ਨੂੰ लगनी सी। गुरु महाराज जी रहमत करते फिर दसदे किसी दे माड़ी जी खुरक होंदी सेवा करते दी आपे ठीक हो जाती, किसी दे कोई फोड़ा हो जाता जिहड़ा दो खा लैंदा। इस तरह जदों संगत दे विच वंडी जाती तो फिर महसूस नहीं सी होना, किसी को पता नहीं सी लगना तू तो कल्ले नहीं सारी सेड़दी तो फिर भाई हुण इस तरह ये लगनी है। दुआ दसी दया दान कर जाने,
ਦੁਆਦਸ਼ੀ ਦਾ ਸਿਧਾਂਤ ਬਣਾ ਕੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਨੂੰ ਦੱਸਦੇ ਨੇ ਮਨੁੱਖ ਦੇ ਅੰਦਰ ਦਇਆ ਤੇ ਦਾਨ ਇਹਨਾਂ ਜਿਹੜਾ ਕਰ ਜਾਣੇ, ਕਰ ਦਾ ਅਰਥ ਕਰਨਾ ਜਾਣਦਾ ਹੋਵੇ, ਇਹਨੂੰ ਪਤਾ ਹੋਵੇ ਵੀ ਕਿਹਨੂੰ ਦਾਨ ਦੇਣਾ ਤੇ ਕਿਹਨੂੰ ਨਹੀਂ ਦੇਣਾ, ਕਿਹਦੇ ਤੇ ਦਇਆ ਕਰਨੀ ਹੈ ਤੇ ਕਿਹਦੇ ਤੇ ਦਇਆ ਨਹੀਂ ਕਰਨੀ। ਜੇ ਕਿਸੇ ਦੁਸ਼ਟ ਤੇ ਦਇਆ ਕਰ ਦਿੱਤੀ ਤੇ ਉਹ ਫਿਰ ਦੁਸ਼ਟਤਾਈ ਵਾਲਾ ਹੀ ਕਰਮ ਕਰੇਗਾ ਅੱਗੇ ਜਾ ਕੇ। ਦਇਆ ਉਹਦੇ ਤੇ ਕਰਨੀ ਹੈ ਜਿਹੜਾ ਦਇਆ ਦਾ ਪਾਤਰ ਹੋਵੇ, ਦਾਨ ਉਹਨੂੰ ਦੇਣਾ ਹੈ ਜਿਹੜਾ ਦਇਆ ਦਾਨ ਦੇ ਲੋੜਵੰਦ ਹੋਵੇ, ਜ਼ਰੂਰਤਮੰਦ ਹੋਵੇ। ਬਾਹਰ ਜਾ ਤੋਂ ਭੀਤਰ ਆਣੇ ਤੇ ਇਹ ਵੀ ਕੋਸ਼ਿਸ਼ ਕਰੇ ਕਿ ਬਾਹਰ ਦੇ ਖਿਆਲ ਛੱਡ ਕੇ ਮਨ ਜਿਹੜਾ ਅੰਤਰਮੁਖ ਅੰਦਰ ਬਿਰਤੀ ਦੇ ਵਾਲਾ ਹੋ ਜਾਵੇ। ਵਰਤੀ ਵਰਤ ਰਹੇ ਨੇ ਕਾਮ। ਧੰਨ ਗੁਰੂ ਰਹਿਮਤ ਕਰਦੇ ਨੇ ਜਿਹੜਾ ਭੁੱਖਾ ਰਹਿਣਾ ਹੈ ਜਾਂ ਨੰਗੇ ਪੈਰੀ ਰਹਿਣਾ ਹੈ, ਵਸਤਰਾਂ ਤੋਂ ਹੀ ਨਾ ਰਹਿਣਾ ਹੈ, ਇਸ ਤਰ੍ਹਾਂ ਦੇ ਜਿਹੜੇ ਵਰਤ ਨੇ ਨਾ ਉਹਦੇ ਨਾਲ ਵਰਤੀ ਨਹੀਂ ਬਣਦਾ, ਵਸਤ ਰੱਖਣ ਵਾਲਾ ਨਹੀਂ ਬਣਦਾ। ਅੰਦਰ ਕੋਈ ਵੀ ਕਾਮਨਾ ਨਾ ਹੋਵੇ ਤੇ ਭਾਈ ਉਹ ਵਰਤ ਰੱਖਣ ਵਾਲਾ ਵਰਤੀ ਬਣਦਾ ਹੈ ਜੀ। ਜਪਾ ਜਾਪ ਜਪੈ ਮੁਖ ਨਾਮ। ਅਜਪਾ ਜਾਪ ਜਾਪ ਸੋ ਅਜਪਾ ਜਾਪੈ, ਸਦਾ ਰਹੇ ਕੰਚਨ ਸੀ ਕਾਇਆ, ਕਾਲ ਨ ਕਬੂ ਵਿਆਪੈ। ਇਹ ਅਜਪਾ ਜਾਪ ਕੀ ਆ? ਜਪਾ ਵੀ ਥੋੜਾ ਜਿਹਾ ਸਮਝਣਾ। ਅਜਪਾ ਦਾ ਅਰਥ ਹੈ ਨਾ ਜਪਿਆ ਜਾਣ ਵਾਲਾ, ਜਿਹੜਾ ਜਪਿਆ ਨਾ ਜਾਵੇ। ਤੇ ਜਪਣ ਵਾਲਾ ਕਿਹੜਾ ਹੈ? ਜਿਹੜਾ ਅਸੀਂ ਜਪਦੇ ਹਾਂ, ਜਿਵੇਂ ਵਾਹਿਗੁਰੂ ਵਾਹਿਗੁਰੂ ਇਹ ਜਪਦੇ ਆ। ਤੇ ਹੁਣ ਨਾ ਜਪਿਆ ਜਾਣ ਵਾਲਾ ਕਿਹੜਾ ਹੈ? ਜਿਹੜਾ ਮਨ ਦੇ ਵਿੱਚ ਚੇਤਾ ਬਣ ਜਾਣਾ ਹੈ। ਉਸ ਪ੍ਰਭੂ ਪਰਮਾਤਮਾ ਦਾ ਸਾਡੇ ਅੰਦਰ ਚੇਤਾ ਬਣੇ, ਅਸੀਂ ਕੀਰਤਨ ਕਰਦੇ ਵੀ ਹਾਂ ਤੇ ਸੁਣਦੇ ਵੀ ਹਾਂ। ਪਰਮਾਤਮਾ ਦਾ ਸਾਡੇ ਅੰਦਰ ਚੇਤਾ ਬਣੇ, ਯਾਦ ਬਣੇ, ਇਹ ਅਸੀਂ ਕਥਾ ਕਰਦੇ ਵੀ ਤੇ ਸੁਣਦੇ ਵੀ ਹਾਂ, ਬਾਣੀ ਪੜ੍ਹਦੇ ਵੀ ਹਾਂ ਤੇ ਸੁਣਦੇ ਵੀ ਹਾਂ ਕਿ ਪਰਮਾਤਮਾ ਦਾ ਸਾਡੇ ਅੰਦਰ ਚੇਤਾ ਬਣੇ, ਯਾਦ ਬਣੇ। ਸਾਡੀ ਪਤਨੀ ਦੀ ਸਾਡੇ ਅੰਦਰ ਯਾਦ ਬਣੇ, ਇਸ ਦੇ ਲਈ ਅਸੀਂ ਕੋਈ ਜਾਪ ਨਹੀਂ ਕਰਦੇ, ਉਸ ਦਾ ਵਾਰੀ ਵਾਰੀ ਨਾਂ ਨਹੀਂ ਲੈਂਦੇ। ਪੁੱਤਰ ਦੀ ਸਾਡੇ ਅੰਦਰ ਯਾਦ ਬਣੇ, ਇਸ ਦੇ ਲਈ ਵੀ ਅਸੀਂ ਵਾਰੀ ਵਾਰੀ ਨਹੀਂ ਉਹਦਾ ਨਾਂ ਲੈਂਦੇ, ਨਾਂ ਨਹੀਂ ਜਪਦੇ। ਇਹ ਯਾਦ ਕਿਵੇਂ ਬਣਦੀ ਹੈ? ਇਹ ਸਾਡੇ ਮਨ ਦਾ ਹਿੱਸਾ ਬਣ ਗਏ ਨੇ। ਜਿਹੜੀ ਚੀਜ਼ ਮਨ ਦਾ ਹਿੱਸਾ ਬਣ ਜਾਵੇ ਉਹਦਾ ਫਿਰ ਮਨ ਦੇ ਵਿੱਚ ਚੇਤਾ ਆਉਂਦਾ ਰਹਿੰਦਾ ਹੈ। ਇਸ ਨੂੰ ਆਖਦੇ ਨੇ ਅਜਪਾ ਜਾਪ। ਜਿਵੇਂ ਆਪਾਂ ਸਾਰੇ ਧੰਨ ਗੁਰਬਾਣੀ ਦੀ ਕਥਾ ਸੁਣਦੇ ਹਾਂ ਤੇ ਆਪਾਂ ਕੋਈ ਸਾਰਾ ਦਿਨ ਕਥਾ ਤੋਂ ਉਪਰੰਤ ਕਥਾ ਤੇ ਨਹੀਂ ਨਾ ਜਪਦੇ ਰਹਿੰਦੇ ਵੀ ਅਗਲੇ ਦਿਨ ਸਾਨੂੰ ਚੇਤਾ ਰਵੇ। ਜਦੋਂ ਉਹ ਸਮਾਂ ਹੁੰਦਾ ਹੈ ਆਪਣੇ ਆਪ ਐਟੋਮੈਟਿਕਲੀ ਅੰਦਰ ਖਿੱਚ ਪੈਦਾ ਹੋ ਜਾਂਦੀ ਹੈ ਵੀ ਗੁਰੂ ਘਰ ਚੱਲੀਏ, ਸਮਾਂ ਹੋ ਗਿਆ ਕਥਾ ਦਾ, ਕਥਾ ਸਰਵਣ ਕਰਾਂਗੇ। ਇਹ ਅਜਪਾ ਜਾਪ ਹੋ ਰਿਹਾ ਹੈ, ਅਜਪਾ ਜਾਪ ਚੱਲ ਰਹੀ ਹੈ। ਗੁਰੂ ਮਹਾਰਾਜ ਜੀ ਦੀ ਸੇਵਾ ਕਰਨੀ ਹੈ ਤੇ ਆਪਾਂ ਸੇਵਾ ਥੋੜੀ ਕਰਦੇ ਹਾਂ, ਸੇਵਾ ਕਰਨੀ ਹੈ, ਇਸ ਤਰ੍ਹਾਂ ਨਹੀਂ ਜਪਦੇ। ਫਿਰ ਕਿਵੇਂ ਜਪਿਆ ਜਾਂਦਾ ਹੈ? ਅੰਦਰ ਚੇਤਾ ਬਣ ਗਿਆ, ਅੰਦਰ ਯਾਦ ਬਣ ਗਈ ਹੈ। ਇਹ ਅਜਪਾ ਜਾਪ ਹੋ ਰਿਹਾ ਹੈ, ਅੰਦਰੋਂ ਜਾਪ ਹੋ ਰਿਹਾ ਹੈ, ਅੰਦਰ ਯਾਦ ਚੱਲ ਰਹੀ ਹੈ, ਅੰਦਰ ਚੇਤਾ ਚੱਲ ਰਿਹਾ ਹੈ, ਪਰ ਨਾਮ ਨਹੀਂ ਉਚਾਰਨ ਹੋ ਰਿਹਾ, ਖਿੱਚ ਬਣ ਰਹੀ ਹੈ। ਅਜਪਾ ਜਾਪ ਜਪੈ ਮੁਖ ਨਾਮ। ਉਹਦਾ ਮੂੰਹ ਹੈ ਨਾ ਜਿਹੜਾ, ਉਹ ਫਿਰ ਨਾਮਨਾ ਵਾਲਾ ਹੋ ਜਾਏਗਾ। ਉਹਦਾ ਮੂੰਹ ਹੈ ਜਿਹੜਾ ਉਹ ਨਾਮਨਾ ਵਾਲਾ ਹੋ ਜਾਏਗਾ। ਮੁਖ ਨਾਮ ਨਾਮਨਾ ਵਾਲਾ, ਮੁਖ ਜਿਹੜਾ ਉਹ ਨਾਮ ਵਾਲਾ ਹੋ ਜਾਏਗਾ। ਕਿਸ ਦਾ? ਜਿਸ ਦੇ ਅੰਦਰ ਜਾਪ ਦਾ ਚੇਤਾ ਬਣ ਗਏ, ਜਾਪ ਦੀ ਯਾਦ ਆ ਰਹੀ ਹੈ। ਕਿੰਦੀ ਜਿੰਦਾ ਜਾਪ ਕਰ ਰਹੀ ਹੈ, ਵਾਹਿਗੁਰੂ ਦਾ ਜਾਪ ਕਰਦੇ ਆ, ਵਾਹਿਗੁਰੂ ਦੀ ਅੰਦਰ ਯਾਦ ਬਣ ਗਈ ਹੈ, ਵਾਹਿਗੁਰੂ ਦਾ ਅੰਦਰ ਚੇਤਾ ਬਣ ਗਿਆ, ਕਿਉਂਕਿ ਅੰਤਰਮੁਖ ਹੋ ਗਿਆ ਨਾ। ਬਾਹਰ ਜਾਤੋਂ ਭੀਤਰ ਆਣੇ, ਬਾਹਰ ਜਾਂਦਾ ਸੀ ਉਹਨੂੰ ਅੰਦਰ ਲੈ ਆਇਆ, ਜਦੋਂ ਅੰਦਰ ਲੈ ਆਇਆ ਤੇ ਫਿਰ ਅੰਦਰਲੇ ਦੀ ਯਾਦ ਹੈ। ਜਿਵੇਂ ਇੱਕ ਵਾਰੀ ਹੋਰ ਸਮਝਾਣਾ ਕਰਾਂ ਥੋੜਾ ਜਿਹਾ। ਅਸੀਂ ਘਰੇ ਆ ਤੇ ਸਾਨੂੰ ਵਾਰੀ ਚੇਤਾ ਆ ਰਿਹਾ ਵੀ ਖੇਤ ਨਾ ਅੱਜ ਕੰਪੈਨ ਲੱਗਣੀ ਹੈ। ਹੁਣ ਅਸੀਂ ਵਾਰੀ ਕੰਪੈਨ ਥੋੜੀ ਕਰਦੇ ਹਾਂ, ਅੰਦਰ ਯਾਦ ਚੱਲ ਰਹੀ ਹੈ, ਅੰਦਰ ਚੇਤਾ ਚੱਲ ਰਿਹਾ ਹੈ। ਉਹ ਜਿਹੜਾ ਚੇਤਾ ਚੱਲ ਰਿਹਾ ਹੈ ਉਹ ਸਾਨੂੰ ਬਾਹਰ ਮੁਖੀ ਕਰ ਰਿਹਾ ਹੈ, ਉਹਦੇ ਨਾਲ ਅਸੀਂ ਬਾਹਰ ਮੁਖੀ ਹੋ ਰਹੇ ਹਾਂ। ਬਾਹਰ ਦਾ ਖਿਆਲ ਆ ਰਿਹਾ ਵਾਰੀ ਅੰਦਰ ਦਾ ਖਿਆਲ ਨਹੀਂ ਆ ਰਿਹਾ। ਤੇ ਜਦੋਂ
ਬਾਹਰ ਜਾਤੋਂ ਭੀਤਰ ਆਣੇ, ਇਹਨੂੰ ਬਾਹਰ ਦੇ ਖਿਆਲ ਨੂੰ ਰੋਕ ਕੇ ਅੰਦਰ ਪਰਮਾਤਮਾ ਦਾ ਖਿਆਲ ਚੱਲ ਰਿਹਾ ਹੈ, ਅੰਦਰ ਵਾਹਿਗੁਰੂ ਦੀ ਯਾਦ ਚੱਲ ਰਹੀ ਹੈ, ਇਹਨੂੰ ਫਿਰ ਅਜੱਪਾ ਜਾਪ ਆਖਿਆ ਜਾਂਦਾ। ਨਾ ਜਪਿਆ ਜਾਣ ਵਾਲਾ ਇਹ ਜਪ ਰਿਹਾ ਹੈ। ਅਜੱਪਾ ਜਾਪ ਜਪੈ ਮੁਖ ਨਾਮ, ਜਿਹੜਾ ਇਸ ਤਰ੍ਹਾਂ ਉਸ ਪ੍ਰਭੂ ਪਰਮਾਤਮਾ ਦੀ ਯਾਦ ਨੂੰ ਅੰਦਰ ਤੋਰ ਲੈਂਦਾ ਹੈ, ਇਹਨੂੰ ਫਿਰ ਆਖਦੇ ਨੇ ਤੁਰਿਆ ਅਵਸਥਾ। ਇਹਦੀ ਅਵਸਥਾ ਅੰਦਰੋਂ ਤੁਰ ਪਈ ਹੈ। ਜੇ ਅਵਸਥਾ ਨਹੀਂ ਤੁਰੀ ਤੇ ਫਿਰ ਇਹ ਉੱਥੇ ਹੀ ਖੜਾ ਹੈ ਜਿੱਥੇ ਤੁਰਨ ਦੇ ਲਈ ਖੜਾ ਸੀ। ਅਸੀਂ ਖੜੇ ਹੁੰਦੇ ਹਾਂ ਨਾ ਤੁਰਨ ਵਾਸਤੇ, ਜੇ ਖੜੇ ਹੋ ਕੇ ਤੇ ਖੜੇ ਹੀ ਆ, ਕਦਮ ਹੀ ਨਹੀਂ ਪੱਟਿਆ ਤੇ ਫਿਰ ਉੱਥੇ ਹੀ ਖੜੇ ਆ ਜਿੱਥੇ ਖੜੇ ਸੀ। ਉੱਥੇ ਬਹਿ ਤਾਂ ਜਾਵਾਂਗੇ ਪਰ ਅੱਗੇ ਨਹੀਂ ਤੁਰੇ। ਜੇ ਅੰਦਰੋਂ ਉਸ ਪ੍ਰਭੂ ਪਰਮਾਤਮਾ ਦੀ ਯਾਦ ਚੋਂ ਤੁਰ ਪਈਏ, ਵਾਹਿਗੁਰੂ ਦਾ ਚੇਤਾ ਤੁਰ ਪਿਆ ਤੇ ਫਿਰ ਇਹਦੇ ਤੇ ਕਿਰਪਾ ਹੋ ਗਈ। ਇਹ ਤੁਰਿਆ ਅਵਸਥਾ, ਇਹਦੀ ਅਵਸਥਾ ਤੁਰ ਪਈ। ਇਹ ਹੁਣ ਤੁਰ ਪਿਆ ਅੰਦਰੋਂ ਅੰਤਰਮੁਖ ਬਿਰਤੀ ਕਰਕੇ। ਤੇ ਜਿਹੜਾ ਮਨੁੱਖ ਇਸ ਮਾਰਗ ਤੇ ਤੁਰ ਪਿਆ ਹੈ, ਮੁਖ ਨਾਮ, ਉਸ ਦਾ ਮੁਖ ਫਿਰ ਨਾਮਨਾ ਵਾਲਾ ਹੋ ਜਾਏਗਾ। ਮੁਖ ਨਾਮ, ਮੰਮੀ ਨੂੰ ਔਂਕੜ ਤੇ ਖੱਖੇ ਨੂੰ ਸਿਆਰੀ ਹੈ। ਜੇ ਸਿਆਰੀ ਨਾ ਹੁੰਦੀ ਨਾ ਤੇ ਅੱਗੇ ਨੰਨਾ ਨੰਨੇ ਨੂੰ ਕੰਨਾ ਤੇ ਮੰਮਾ, ਜੇ ਮੰਮੇ ਥੱਲੇ ਔਂਕੜ ਹੁੰਦੀ ਤੇ ਫਿਰ ਇਹਦਾ ਅਰਥ ਆਪਾਂ ਇਹ ਕਹਿਣਾ ਸੀ ਵੀ ਉਹਦੇ ਮੁਖ ਦੇ ਵਿੱਚ ਨਾਮ ਹੈ। ਹੁਣ ਮੁਖ ਦੇ ਵਿੱਚ ਨਾਮ ਨਹੀਂ, ਉਹਦਾ ਮੁਖ ਨਾਮਨਾ ਵਾਲਾ ਹੋ ਗਿਆ, ਇਹ ਅਰਥ ਬਣੇਗਾ। ਮੈਂ ਇੱਕ ਵਾਰੀ ਫਿਰ ਨਾ ਥੋੜਾ ਜਿਹਾ ਸਮਝਾ ਦਿਆਂ। ਜਿਸ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਚੇਤਾ ਚੱਲ ਪਈ ਹੈ, ਯਾਦ ਚੱਲ ਪਈ ਹੈ, ਜਿਹੜਾ ਅੰਤਰਮੁਖ ਹੋ ਕੇ ਪਰਮਾਤਮਾ ਦੀ ਯਾਦ ਦੇ ਵਿੱਚ ਅੰਦਰੋਂ ਤੁਰ ਪਿਆ ਹੈ, ਉਹਨੂੰ ਤੁਰਿਆ ਅਵਸਥਾ ਦੀ ਪ੍ਰਾਪਤੀ ਹੋ ਗਈ ਤੇ ਉਸ ਦਾ ਮੁਖ ਜਿਹੜਾ ਉਹ ਨਾਮਨਾ ਵਾਲਾ ਹੋ ਗਿਆ ਹੈ, ਨਾਮ ਵਾਲਾ ਮੁਖ ਹੋ ਗਿਆ। ਭਾਵ ਉਹਦੇ ਮੁਖ ਦੇ ਦਰਸ਼ਨ ਕੀਤਿਆਂ ਪਰਮਾਤਮਾ ਦਾ ਨਾਮ ਚੇਤੇ ਆਏਗਾ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ, ਤੇਰੇ ਭਗਤਾਂ ਡਿਠਿਆ। ਕੀ ਹੁੰਦਾ? ਤੂੰ ਚੇਤੇ ਆਉਂਦਾ ਹੈ। ਹੇ ਵਾਹਿਗੁਰੂ, ਤੂੰ ਯਾਦ ਆਉਂਦਾ ਹੈ, ਤੂੰ ਤੇਰਾ ਚੇਤਾ ਆਉਂਦਾ। ਕਿਹਨਾਂ ਨੂੰ? ਤੇਰੇ ਸੰਤਾਂ ਨੂੰ, ਤੇਰੇ ਭਗਤਾਂ ਨੂੰ। ਜਦੋਂ ਅਸੀਂ ਡਿੱਠਦੇ ਆ, ਦਰਸ਼ਨ ਕਰਦੇ ਉਹਨਾਂ ਦੇ, ਉਦੋਂ ਤੇਰੀ ਯਾਦ ਆਉਂਦੀ ਏ। ਫਿਰ ਇਹ ਕਿਉਂ ਯਾਦ ਆਉਂਦੀ ਹੈ? ਕਿਉਂਕਿ ਮੁੱਖ ਜਿਹੜਾ ਉਹ ਨਾਮਨਾ ਵਾਲਾ ਹੋ ਗਿਆ ਹੈ। ਜਿੰਨੇ ਅੰਦਰ ਤੁਰਿਆ ਅਵਸਥਾ ਨੂੰ ਤੋਰ ਲਿਆ, ਉਹਦਾ ਮੁੱਖ ਨਾਮਨਾ ਵਾਲਾ ਹੋ ਗਿਆ। ਉਹਦੇ ਮੁੱਖ ਦੇ ਉੱਤੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਰਹਿਮਤ ਕਿਰਪਾ ਹੋ ਗਈ ਹੈ। ਜਿਹੜਾ ਵੀ ਇਸ ਮੁੱਖ ਦੇ ਦਰਸ਼ਨ ਕਰੇਗਾ ਉਹਨੂੰ ਪਰਮਾਤਮਾ ਦਾ ਚੇਤਾ ਆਵੇਗਾ ਜੀ। ਦੀਨ ਭਵਨ ਮੈਂ ਏਕੋ ਜਾਣੈ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹਨੂੰ ਗਿਆਨ ਹੋਇਆ, ਫਿਰ ਇਹਨੂੰ ਸੋਝੀ ਹੋਈ ਕਿ ਕਿੰਦੀ ਜੋ ਤਿੰਨਾਂ ਲੋਕਾਂ ਦਾ ਇੱਕ ਮਾਲਕ ਹੈ। ਤੀਨ ਭਵਨ, ਤਿੰਨ ਲੋਕ ਮੰਨੇ ਗਏ ਨੇ। ਮਾਤ ਲੋਕ ਕੇ ਜਿੱਥੇ ਆਪਾਂ ਰਹਿੰਦੇ ਹਾਂ, ਪਤਾਲ ਲਈ ਤੇ ਸਵਰਗ ਲੋਕ ਹੈ। ਉੱਪਰ ਦੀ ਦੁਨੀਆ, ਥੱਲੇ ਦੀ ਦੁਨੀਆ ਤੇ ਵਿਚਾਲੇ ਅਸੀਂ ਆ ਜਾਂਦੇ ਹਾਂ। ਇਹਨਾਂ ਤਿੰਨਾਂ ਲੋਕਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਉਸ ਨੂੰ ਇਹ ਜਾਣ ਲੈਂਦਾ ਹੈ ਜੀ। ਸਭ ਸੁਚ ਸੰਜਮ ਸਾਚ ਪਛਾਣੈ। ਸਭ ਸੁਚ, ਸਾਰਿਆਂ ਦੇ ਵਿੱਚ ਪ੍ਰਭੂ ਪਰਮਾਤਮਾ ਸੁਚਮਤਾਈ ਵਾਲਾ ਹੈ। ਸੰਜਮ ਮਰਿਆਦਾ ਦੇ ਵਿੱਚ ਬੱਝਿਆ ਹੋਇਆ ਹੈ। ਸਾਚ ਪਛਾਣੇ, ਤੇ ਇਹ ਮਨੁੱਖ ਜਿਹੜਾ ਇਹ ਫਿਰ ਸੱਚ ਦੀ ਪਛਾਣ ਵਾਲਾ ਹੋ ਜਾਂਦਾ ਹੈ। ਸਭ ਸੁੱਚ, ਹੁਣ ਸਾਰੇ ਸਰੀਰ ਨੇ ਨਾ ਜਿਹੜੇ, ਇਹ ਸੁੱਚੇ ਨਹੀਂ ਹੈਗੇ, ਝੂਠੇ ਨੇ। ਕਈ ਸਰੀਰ ਵਿੱਚੋਂ ਵਿਕਾਰਾਂ ਕਰਕੇ ਝੂਠੇ ਨੇ, ਕਈ ਕਿਸੇ ਹੋਰ ਕਾਰਨ ਕਰਕੇ ਝੂਠੇ ਨੇ। ਪਰ ਉਹ ਪ੍ਰਭੂ ਪਰਮਾਤਮਾ ਜਿਹੜਾ ਹੈ ਸਾਰੇ ਸਰੀਰਾਂ ਦੇ ਵਿੱਚ ਤੇ ਸੁੱਚ ਹੈ। ਸਭ ਸੁੱਚ, ਸਾਰਿਆਂ ਦੇ ਵਿੱਚ ਸੁੱਚ ਸਰੂਪ ਪਰਮਾਤਮਾ ਹੈ ਜੋ ਪਵਿੱਤਰ ਰਹਿੰਦਾ, ਉਹਨੂੰ ਝੂਠ ਨਹੀਂ ਲੱਗਦੀ। ਮਨੁੱਖ ਪਾਪੀ ਹੋ ਸਕਦਾ ਹੈ, ਮਨੁੱਖ ਦਾ ਮਨ ਪਾਪੀ ਹੋ ਸਕਦਾ ਹੈ। ਉਹ ਜੋ ਮਨੁੱਖ ਦੇ ਅੰਦਰ ਹੈ ਨਾ, ਉਹ ਸੁੱਚੇ ਦਾ ਸੁੱਚਾ ਰਹਿੰਦਾ, ਉਹਨੂੰ ਝੂਠ ਨਹੀਂ ਲੱਗਦੀ। ਸਭ ਸੁੱਚ। ਇੱਕ ਵਾਰੀ ਮੈਂ ਫਿਰ ਸਮਝਾਉਣ ਦਾ ਯਤਨ ਕਰਾਂ। ਕਈ ਕੀੜੇ ਇਸ ਤਰ੍ਹਾਂ ਦੇ ਨੇ ਜਿਹੜੇ ਗੰਦਗੀ ਦੇ ਵਿੱਚ ਜਨਮ ਲੈਂਦੇ ਨੇ ਤੇ ਪਰਮਾਤਮਾ ਉਹਨਾਂ ਦੇ ਵਿੱਚ ਵੀ ਹੈ। ਹੁਣ ਇੱਥੇ ਇਹ ਨਹੀਂ ਸਮਝ ਲੈਣਾ ਵੀ ਗੰਦਗੀ ਵਾਲੇ ਕੀੜੇ ਦੇ ਵਿੱਚ ਜੋ ਪਰਮਾਤਮਾ ਹੈ ਉਹ ਵੀ ਝੂਠਾ ਹੋ ਗਿਆ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਨਹੀਂ, ਸਭ ਸੋਚ ਉਹ ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਦੇ ਵਿੱਚ ਉਹ ਪਵਿੱਤਰ ਰਹਿੰਦਾ, ਉਹਨੂੰ ਝੂਠ ਜਿਹੜੀ ਲੱਗਦੀ ਨਹੀਂ। ਸੰਜਮ ਤੇ ਰਹਿੰਦਾ ਕਿਵੇਂ? ਮਰਿਆਦਾ ਦੇ ਨਾਲ, ਸੰਜਮ ਦੇ ਨਾਲ, ਧੀਰਜ ਦੇ ਨਾਲ।
ਸਾਚ ਪਛਾਣੇ, ਤੇ ਪਛਾਣਿਆ ਕਿਵੇਂ ਜਾਂਦਾ? ਉਹ ਜਿਹੜਾ ਆਪ ਸੱਚਾ ਹੋ ਗਿਆ। ਤੇ ਸੱਚਾ ਕੌਣ ਹੋਇਆ ਹੈ? ਜਿੰਦੇ ਅੰਦਰ ਅਜੱਪਾ ਜਾਪ ਚੱਲ ਪਿਆ ਹੈ। ਧੰਨ ਗੁਰੂ ਦਸਵੇਂ ਪਾਤਸ਼ਾਹ ਗੁਰੂ ਮਹਾਰਾਜ ਜੀ ਦਾ ਵੀ ਫਰਮਾਨ ਹੈ, ਗੁਰਬਾਣੀ ਵੀ ਦੱਸ ਰਹੀ ਹੈ, ਜਾਪ ਸੋ ਅਜੱਪਾ ਜਾਪੈ, ਸਦਾ ਰਹਿ ਕੰਚਨ ਸੀ ਕਾਇਆ, ਕਾਲ ਨ ਕਬੂ ਵਿਆਪੈ। ਜਿਨ੍ਹਾਂ ਦੇ ਅੰਦਰ ਅਜੱਪਾ ਜਾਪ ਚੱਲ ਪੈਂਦਾ ਹੈ, ਸਾਚ ਪਛਾਣੇ, ਉਹ ਸੱਚੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਫਿਰ ਪਛਾਣ ਕਰਦੇ ਹਨ ਜੀ। ਤੇਰਸ ਤਰਵਰ ਸਮਤ ਕਠਾਰੈ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਹੁਣ ਤੇਰਸ ਨੂੰ ਸਿਧਾਂਤ ਬਣਾਇਆ ਹੈ। ਤੇਰਸ ਤਰਵਰ, ਤਰਵਰ ਕਹਿੰਦੇ ਨੇ ਰੁੱਖ ਨੂੰ, ਸਮੁੰਦ ਕਹਿੰਦੇ ਨੇ ਸਮੁੰਦਰ ਨੂੰ, ਕਿਨਾਰੇ ਕਹਿੰਦੇ ਨੇ ਕਿਨਾਰੇ ਨੂੰ। ਇਹਦੇ ਵੀ ਦੋ ਅਰਥ ਨੇ, ਆਪਾਂ ਦੋ ਹੀ ਸਮਝਣੇ ਨੇ। ਜਿਵੇਂ ਕੋਈ ਸਮੁੰਦਰ ਏ ਤੇ ਸਮੁੰਦਰ ਦੇ ਕਿਨਾਰੇ ਤੇ ਰੁੱਖ ਏ ਜਿਹੜਾ, ਜਦੋਂ ਕਿਤੇ ਉਸ ਸਮੁੰਦਰ ਦਰਿਆ ਦੇ ਵਿੱਚ ਹੜ੍ਹ ਆ ਜਾਂਦਾ ਤੇ ਫਿਰ ਉਹਦੇ ਜਿਹੜੇ ਕਿਨਾਰੇ ਨੇ ਨਾ, ਉਹਨਾਂ ਨੂੰ ਢਾਹ ਲੱਗ ਜਾਂਦੀ ਏ। ਜਦੋਂ ਢਾਹ ਲੱਗ ਜਾਂਦੀ ਹੈ, ਸਮੁੰਦਰ ਫਿਰ ਆਪਣੇ ਕਿਨਾਰੇ ਨੂੰ ਵੱਢ ਕੇ ਪਾਣੀ ਦੇ ਨਾਲ ਆਪਣੇ ਵਿੱਚ ਸੱਟਣ ਲੱਗ ਜਾਂਦਾ ਹੈ, ਤੇ ਉਹ ਰੁੱਖ ਜਿਹੜਾ ਉਹ ਵੀ ਵਿੱਚ ਡਿੱਗ ਪੈਂਦਾ ਹੈ। ਪਹਿਲਾ ਅਰਥ ਤਾਂ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ, ਸਾਡੀ ਜ਼ਿੰਦਗੀ ਵੀ ਇੱਕ ਦਰਿਆ ਦੇ ਕੰਢੇ ਤੇ ਉੱਗੇ ਹੋਏ ਰੁੱਖ ਦੇ ਵਰਗੀ ਹੈ। ਪਤਾ ਨਹੀਂ ਕਦੋਂ ਢਾਹ ਲੱਗ ਜੇ ਤੇ ਅਸੀਂ ਵੀ ਢਹਿ ਢੇਰੀ ਹੋ ਜਾਈਏ। ਤੇ ਦੂਜਾ ਅਰਥ ਹੈ, ਦਰਿਆਵਾਂ ਦੇ ਕੰਢਿਆਂ ਤੇ ਰੁੱਖ ਹੁੰਦੇ ਨੇ। ਉਹ ਰੁੱਖ ਨੇ ਜਿਹੜੇ, ਉਹ ਦਰਿਆ ਤੋਂ ਪਾਣੀ ਪੀ ਕੇ ਤੇ ਬੜੇ ਪ੍ਰਫੁੱਲਤ ਹੁੰਦੇ ਨੇ, ਠੰਡੀ ਛਾਂ ਦਿੰਦੇ ਨੇ। ਉੱਥੇ ਆਇਆ ਗਿਆ ਰਾਹੇ ਪਾਉਂਦੀ, ਉੱਥੇ ਨਾਲੇ ਉਹਨਾਂ ਨੂੰ ਪਾਣੀ ਮਿਲ ਜਾਂਦਾ ਹੈ ਤੇ ਨਾਲੇ ਉਹਨਾਂ ਨੂੰ ਠੰਡੀ ਛਾਂ ਮਿਲ ਜਾਂਦੀ ਹੈ। ਦੋਵੇਂ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਉਹ ਸੁੱਖ ਦੇ ਨਾਲ ਆਪਣਾ ਥਕੇਵਾਂ ਲਾ ਲੈਂਦੇ ਨੇ। ਤਰਵਰ ਸਮੁੰਦ ਕਿਨਾਰੇ, ਤੇਰਸ ਦੇ ਸਿਧਾਂਤ ਦੇ ਨਾਲ ਗੁਰੂ ਜੀ ਦੱਸਦੇ ਨੇ, ਜਿਵੇਂ ਸਮੁੰਦਰ ਦੇ ਕਿਨਾਰੇ ਤੇ ਰੁੱਖ ਹੈ ਜੀ, ਅੰਮ੍ਰਿਤ ਮੂਲ ਸਿਖਰ ਲਿਵ ਤਾਰੈ। ਹੁਣ ਇਸੇ ਤਰ੍ਹਾਂ ਮਨੁੱਖ ਹੈ ਜਿਹੜਾ, ਇਹਦਾ ਇਹ ਵੀ ਕੋਈ ਪਤਾ ਨਹੀਂ ਕਦੋਂ ਸਰੀਰ ਛੱਡ ਜਾਣਾ। ਤੇ ਦੂਸਰਾ ਜਿਹੜਾ ਮਨੁੱਖ ਹੈ ਨਾ, ਇਹ ਦੂਜਿਆਂ ਨੂੰ ਸੁੱਖ ਦੇਣ ਰੂਪੀ ਛਾਂ ਹੈ ਨਾ ਜਿਹੜੀ, ਇਸ ਤਰ੍ਹਾਂ ਦਾ ਜੀਵਨ ਵੀ ਬਣਾ ਲੈਂਦਾ ਹੈ। ਕਿਵੇਂ? ਅੰਮ੍ਰਿਤ ਮੂਲ, ਮੂਲ ਰੂਪ ਹੈ ਜਿਹੜਾ, ਉਹ ਅੰਮ੍ਰਿਤ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ। ਤੇ ਸਿਖਰ ਕਹਿੰਦੇ ਨੇ, ਜਿਵੇਂ ਆਪਾਂ ਕਹਿੰਦੇ ਨੇ ਨਾ, ਤਾਂ ਸਿਖਰ ਤੇ ਚੜ ਗਿਆ, ਸਭ ਤੋਂ ਚੋਟੀ ਵਾਲੀ ਉਚਾਈ ਜਿਹੜੀ ਹੈ ਨਾ, ਉਹਨੂੰ ਸਿਖਰ ਆਖਦੇ ਨੇ। ਤੇ ਲਿਵ ਕਹਿੰਦੇ ਨੇ ਪਿਆਰ ਨੂੰ। ਤਾਰੇ ਦਾ ਅਰਥ ਹੁੰਦਾ ਹੈ ਸੰਸਾਰ ਤੋਂ ਸਾਡਾ ਬੇੜਾ ਪਾਰ ਹੋ ਜਾਣਾ, ਤਰ ਜਾਣਾ। ਹੁਣ ਪਿਛਲੀ ਤੁਕ ਦੇ ਜਿਹੜੇ ਦੋਵੇਂ ਅਰਥ ਨੇ, ਉਹਨਾਂ ਦੋਵਾਂ ਅਰਥਾਂ ਦੇ ਨਾਲ ਇਹ ਅਗਲੀ ਤੁਕ ਦਾ ਅਰਥ ਹੈ ਨਾ, ਜਿਹੜਾ ਆਪਾਂ ਸਮਝਣ ਦਾ ਯਤਨ ਕਰਨਾ ਹੈ। ਧੰਨ ਗੁਰੂ ਮਹਾਰਾਜ ਜੀ ਨੇ ਪਹਿਲਾ ਜੋ ਸਿਧਾਂਤ ਸਾਨੂੰ ਦੱਸਿਆ ਹੈ ਵੀ ਜ਼ਿੰਦਗੀ ਦਾ ਪਤਾ ਕੋਈ ਨਹੀਂ ਕਦੋਂ ਇਹ ਢਹਿ ਢੇਰੀ ਹੋ ਜਾਏ, ਜਿਵੇਂ ਦਰਿਆ ਦੇ ਕੰਢੇ ਤੇ ਰੁੱਖ ਹੁੰਦਾ ਹੈ। ਇਸ ਦੇ ਲਈ ਸਾਡਾ ਫਰਜ਼ ਬਣਦਾ ਹੈ, ਅੰਮ੍ਰਿਤ ਰੂਪ ਪ੍ਰਭੂ ਪਰਮਾਤਮਾ ਦਾ ਨਾਮ ਹੈ ਜੋ ਮੂਲ ਹੈ ਤੇ ਸਭ ਤੋਂ ਉਚਾਈ ਵਾਲਾ ਹੈ, ਸਿਖਰ ਵਾਲਾ ਹੈ, ਸ਼੍ਰੋਮਣੀ ਹੈ। ਉਹਦੇ ਨਾਲ ਲਿਵ ਕਰਕੇ ਤੇ ਆਪ ਵੀ ਤਰ ਜਾਈਦਾ ਤੇ ਤਾਰੇ ਤੇ ਦੂਜਿਆਂ ਨੂੰ ਵੀ ਤਾਰ ਜਾਈਦਾ ਹੈ। ਦੂਸਰਾ ਅਰਥ ਜਿਹੜਾ ਦਰਿਆਵਾਂ ਦੇ ਕੰਢੇ ਤੇ ਰੁੱਖ ਹੁੰਦੇ ਨੇ, ਉਹ ਦਰਿਆ ਤੋਂ ਜਲ ਲੈ ਕੇ ਪਲ ਕੇ ਤੇ ਫਿਰ ਆਇਆ ਗਿਆ ਨੂੰ ਸੁੱਖ ਦਿੰਦੇ ਨੇ, ਛਾਂ ਦਾ। ਇਸੇ ਤਰ੍ਹਾਂ ਮੂਲ ਰੂਪ ਪ੍ਰਭੂ ਪਰਮਾਤਮਾ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ। ਉਸ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦੇ ਨਾਲ ਜੁੜ ਕੇ ਇਹ ਸਿਖਰ ਦੀ ਉਚਾਈ ਹੈ, ਸਿਖਰ ਦਾ ਇਹ ਸ਼੍ਰੋਮਣੀ ਪਿਆਰ ਹੈ। ਲਿਵ ਤਾਰੇ, ਇਹ ਲਾਇਆ ਹੋਇਆ ਪਿਆਰ ਹੈ ਜਿਹੜਾ, ਇਹ ਸਾਡਾ ਬੇੜਾ ਪਾਰ ਕਰ ਦਿੰਦਾ ਹੈ। ਅੰਮ੍ਰਿਤ ਮੂਲ ਸਿਖਰ ਲਿਵ ਤਾਰੇ, ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜੋ ਇਹ ਸ਼੍ਰੋਮਣੀ ਹੈ, ਸਭ ਤੋਂ ਉਚਾਈ ਵਾਲਾ ਹੈ, ਬੁਲੰਦੀਆਂ ਵਾਲਾ ਹੈ। ਲਿਵ ਤਾਰੇ, ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਕਰਦਾ ਨਾ, ਉਹਨੂੰ ਪ੍ਰਭੂ ਪਰਮਾਤਮਾ ਦਾ ਨਾਮ ਫਿਰ ਇਸ ਤਰ੍ਹਾਂ ਤਾਰ ਦਿੰਦਾ ਹੈ, ਜਿਵੇਂ ਕੋਈ ਥੱਕਿਆ ਟੁੱਟਾ ਮਨੁੱਖ ਹੈ ਜਿਹੜਾ ਪਿਆਸਾ ਦਰਿਆ ਦੇ ਕੰਢੇ ਤੇ ਰੁੱਖ ਥੱਲੇ ਬੈਠ ਕੇ ਜਲ ਛਕ ਕੇ ਤੇ ਛਾਂ ਦੇ ਵਿੱਚ ਆਪਣਾ ਥਕੇਵਾਂ ਲਾ ਲੈਂਦਾ ਹੈ ਜੀ। ਡਰ ਡਰ ਮਰੈ ਨਾ ਬੁੱਢੈ ਕੋਏ। ਹੁਣ ਧੰਨ ਗੁਰੂ ਮਹਾਰਾਜ ਜੀ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦੇ ਨੇ। ਡਰ ਡਰੇ, ਪਹਿਲਾ ਡਰ ਏ ਡੱਡਾ ਤੇ ਰਾਰਾ ਡਰ, ਇਸ ਦਾ ਅਰਥ ਹੈ ਡਰ।
ਤੇ ਦੂਜਾ ਜਿਹੜਾ ਡੱਡਾ ਤੇ ਰਾਰਾ ਹੈ ਨਾ, ਇਹ ਰਾਰੇ ਨੂੰ ਸਿਹਾਰੀਏ। ਡਰ ਡਰੇ ਮਰੈ ਨਾ ਬੂਝੈ ਬੂਢੈ ਕੋਏ। ਜਿਹੜਾ ਪ੍ਰਭੂ ਪਰਮਾਤਮਾ ਦੇ ਡਰ ਦੇ ਵਿੱਚ ਰਹਿ ਕੇ ਇਸ ਸੰਸਾਰ ਦੇ ਵੱਲੋਂ ਮਰ ਜਾਂਦਾ ਨਾ ਬੂਢੈ ਕੋਏ, ਉਹ ਫਿਰ ਇਹ ਦੁਨੀਆ ਦੇ ਵਿੱਚ ਡੁੱਬਦਾ ਨਹੀਂ ਜੇ। ਜਿਸ ਦੇ ਅੰਦਰ ਪਰਮਾਤਮਾ ਦਾ ਡਰ ਹੈ, ਰੱਬ ਦਾ ਡਰ ਹੈ, ਵਾਹਿਗੁਰੂ ਦਾ ਡਰ ਹੈ, ਜਿਹੜੇ ਪਰਮਾਤਮਾ ਦੇ ਡਰ ਦੇ ਵਿੱਚ ਭੈ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਫਿਰ ਸੰਸਾਰ ਦੇ ਅੰਦਰ ਕੋਈ ਡੁੱਬ ਨਹੀਂ ਸਕਦਾ, ਉਹ ਡੁੱਬ ਨਹੀਂ ਸਕਦੇ ਹਨ ਜੀ। ਨਿਡਰ ਬੂਢ ਮਰੈ ਪਤ ਖੋਏ। ਨਿਡਰ ਦਾ ਅਰਥ ਹੁੰਦਾ ਨਾ ਡਰਨ ਵਾਲਾ, ਜਿਹੜਾ ਰੱਬ ਤੋਂ ਨਹੀਂ ਡਰਦਾ, ਗੁਰੂ ਤੋਂ ਨਹੀਂ ਡਰਦਾ, ਉਹ ਡੁੱਬ ਜਾਂਦੇ ਨੇ। ਤੇ ਮਰੇ ਪਤ ਖੋਏ, ਇਸ ਦੁਨੀਆ ਤੋਂ ਜਦੋਂ ਮਰਦੇ ਨੇ ਨਾ, ਆਪਣੀ ਪਤ ਗਵਾ ਕੇ ਜਾਂਦੇ ਨੇ, ਇੱਜ਼ਤ ਗਵਾ ਕੇ ਜਾਂਦੇ ਨੇ। ਕਿਵੇਂ? ਆਪਾਂ ਜਿਉਂਦੇ ਆ ਨਾ, ਤੇ ਜਦੋਂ ਕੋਈ ਗਲਤ ਕੰਮ ਕਰਦਾ ਹੈ ਤੇ ਆਪਾਂ ਉਹਨੂੰ ਕੀ ਆਖਦੇ ਆ? ਇਹ ਕਹਿ ਦਿੰਦੇ ਆ ਇਹ ਤਾਂ ਕੁੱਤਾ ਹੈ, ਗਧਾ ਹੈ। ਇਹ ਸ਼ਬਦ ਬੋਲਦੇ ਆ ਨਾ, ਕਿਉਂ ਬੋਲਦੇ ਆ? ਵੀ ਇਹਨੂੰ ਥੋੜੀ ਜਿਹੀ ਸ਼ਰਮ ਆ ਜਾਵੇ ਵੀ ਇਹਦੀ ਹੈ ਮਨੁੱਖ ਤੇ ਤੁਲਨਾ ਕਿਹਦੇ ਨਾਲ ਕੀਤੀ ਗਈ ਏ? ਕੁੱਤੇ ਜਾਂ ਗਧੇ ਨਾਲ ਕੀਤੀ ਗਈ ਏ। ਕੰਮ ਹੀ ਇਸ ਤਰ੍ਹਾਂ ਦਾ ਕੀਤਾ, ਫਿਰ ਆਪਾਂ ਨੂੰ ਆਖਣਾ ਪੈਂਦਾ ਹੈ। ਤੇ ਉਹ ਵੀ ਸ਼ਰਮ ਮੰਨਦਾ ਵੀ ਮੇਰੀ ਤੁਲਨਾ ਜਿਹੜੀ ਹੈ ਨਾ, ਇਹਨਾਂ ਦੇ ਨਾਲ ਕੀਤੀ ਗਈ ਹੈ। ਤੇ ਜਦੋਂ ਮਰ ਕੇ ਬਾਣੀ ਕੁੱਤਾ ਜਾਂ ਗਧਾ ਗਿਆ, ਤੇ ਫਿਰ ਆਪਾਂ ਇੱਜ਼ਤ ਵਾਲਾ ਕੰਮ ਕੀਤਾ ਹੈ। ਪੱਤ ਖੋਏ, ਆਪਣੀ ਇੱਜ਼ਤ ਹੀ ਖਰਾਬ ਕੀਤੀ ਹੈ ਨਾ। ਮਨੁੱਖਾ ਸਰੀਰ ਮਿਲਿਆ ਸੀ, ਜੀਵਨ ਮਿਲਿਆ ਸੀ ਮਨੁੱਖਾ, ਤੇ ਮਰ ਕੇ ਕੀ ਬਣੇ ਆ? ਕਿਹੜੀਆਂ ਜੂਨਾਂ ਵਿੱਚ ਗਏ ਆ? ਉਹਨਾਂ ਜੂਨਾਂ ਦੇ ਵਿੱਚ ਜਿਨ੍ਹਾਂ ਦਾ ਜਿਉਂਦੇ ਜੀ ਸਾਨੂੰ ਜੇ ਆਖਿਆ ਵੀ ਜਾਂਦਾ ਸੀ ਤੇ ਅਸੀਂ ਗੁੱਸਾ ਕਰਦੇ ਸੀ ਵੀ ਮੈਨੂੰ ਆਹ ਲਫ਼ਜ਼ ਜਿਹੜਾ ਇਹ ਕਿਉਂ ਬੋਲਿਆ ਗਿਆ ਹੈ, ਮੈਨੂੰ ਇਹਦੇ ਨਾਲ ਤੁਲਨਾ ਕਿਉਂ ਕੀਤੀ ਗਈ, ਤੇ ਹੁਣ ਮਰ ਕੇ ਉੱਧਰ ਗਿਆ ਹੈ, ਫਿਰ ਬੜੀ ਵੱਡੀ ਇੱਜ਼ਤ ਬਣ ਗਈ ਹੈ। ਨਿਡਰ ਬੂਢ ਮਰੇ, ਇਸ ਤਰ੍ਹਾਂ ਦੇ ਜਿਹੜੇ ਰੱਬ ਤੋਂ ਪਰਮਾਤਮਾ ਤੋਂ ਨਹੀਂ ਡਰਦੇ, ਫਿਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜੂਨਾਂ ਮਿਲਦੀਆਂ ਨੇ। ਮਰੇ ਪਤ ਖੋਏ, ਤੇ ਮਰ ਕੇ ਆਪਣੀ ਇੱਜ਼ਤ ਵਰਾਨ ਕਰ ਜਾਂਦੇ ਹਨ ਜੀ। ਡਰ ਮਹਿ ਘਰ ਘਰ ਮਹਿ ਡਰ ਜਾਣੈ। ਡਰ ਮਹਿ ਘਰ ਘਰ ਮਹਿ ਡਰ ਜਾਣੈ। ਡਰ ਮਹਿ ਘਰ ਘਰ, ਇਹ ਸਰੀਰ ਹੈ। ਡਰ ਮੈਂ ਘਰ, ਇਹ ਸਰੀਰ ਨੂੰ ਨਾ ਡਰ ਦੇ ਵਿੱਚ ਰੱਖੇ। ਇਹ ਸਮਝਣਾ ਪੈਣਾ ਸਰੀਰ ਨੂੰ ਡਰ ਦੇ ਵਿੱਚ ਕਿਵੇਂ ਰੱਖਿਆ ਜਾਂਦਾ ਹੈ। ਇੱਕ ਮਾਤਾ ਪਿਤਾ ਹੈ, ਉਹ ਬੱਚੇ ਨੂੰ ਕਹਿ ਗਏ ਨੇ ਭਾਈ ਤੂੰ ਸਾਡੇ ਮਗਰੋਂ ਆਹ ਕੰਮ ਕਰਨੇ ਨੇ, 2-4 ਕੰਮ ਗਣਾਏ ਨੇ। ਜੇ ਬੱਚੇ ਦੇ ਸਰੀਰ ਦੇ ਵਿੱਚ, ਮਨ ਦੇ ਵਿੱਚ ਮਾਤਾ ਪਿਤਾ ਦਾ ਡਰ ਹੈ ਨਾ, ਤੇ ਉਹਨਾਂ ਦੇ ਆਉਂਦਿਆਂ ਨੂੰ ਸਾਰੇ ਕੰਮ ਕੀਤੇ ਹੋਣਗੇ। ਤੇ ਜੇ ਬੱਚੇ ਨੂੰ ਮਾਤਾ ਪਿਤਾ ਦੀ ਪਰਵਾਹ ਹੀ ਕੋਈ ਨਹੀਂ, ਤੇ ਫਿਰ ਉਹ ਕੰਮ ਉਵੇਂ ਹੀ ਪਏ ਰਹਿਣਗੇ। ਇਸੇ ਤਰ੍ਹਾਂ ਜਿਨ੍ਹਾਂ ਨੂੰ ਗੁਰੂ ਦਾ ਡਰ ਹੈ ਨਾ, ਜਿਨ੍ਹਾਂ ਦੇ ਸਰੀਰ ਦੇ ਵਿੱਚ ਗੁਰੂ ਦਾ ਡਰ ਹੈ, ਉਹ ਫਿਰ ਗੁਰੂ ਮਹਾਰਾਜ ਜੀ ਨੇ ਜੋ ਸਾਨੂੰ ਆਖਿਆ ਨਾ ਵੀ ਨਿਤਨੇਮ ਨਹੀਂ ਛੱਡਣਾ, ਉਹ ਨਹੀਂ ਛੱਡਦੇ, ਕਿਉਂਕਿ ਡਰ ਹੈ। ਗੁਰੂ ਨੇ ਆਖੇ ਕੰਮ ਤੂੰ ਕਰਨਾ ਹੈ ਤੇ ਕਰੀ ਜਾਂਦੇ ਨੇ। ਜਿਨ੍ਹਾਂ ਨੂੰ ਉਹਨੂੰ ਡਰ ਹੀ ਨਹੀਂ ਹੈਗਾ, ਪਿਆ ਹੈ ਤੇ ਪਿਆ ਹੈ, ਕੋਈ ਗੱਲ ਨਹੀਂ। ਡਰ ਮਹਿ ਘਰ, ਇਹ ਸਰੀਰ ਦੇ ਅੰਦਰ ਗੁਰੂ ਦਾ ਡਰ ਹੋਵੇ। ਘਰ ਮਹਿ ਡਰ, ਜਿਵੇਂ ਸਰੀਰ ਦੇ ਅੰਦਰ ਡਰ ਹੈ, ਉਵੇਂ ਜਿਵੇਂ ਆਪਣੇ ਸਰੀਰ ਨੂੰ ਵੀ ਉਸ ਪ੍ਰਭੂ ਪਰਮਾਤਮਾ ਦੇ ਡਰ ਦੇ ਵਿੱਚ ਰੱਖੇ। ਇਹਨੂੰ ਜਾਣਦਾ ਹੋਵੇ, ਇਸ ਤਰ੍ਹਾਂ ਸਮਝਦਾਰ ਬਣਨਾ ਕਰੇ ਜੀ। ਤਖਤ ਨਿਵਾਸ ਸੱਚ ਮੁਖ ਭਾਣੈ। ਹੁਣ ਇਹਦਾ ਵਾਸਾ ਕਿੱਥੇ ਹੋਏਗਾ? ਤਖਤ ਤੇ। ਤਖਤ ਨਿਵਾਸ ਸੱਚ ਮਨ ਭਾਣੇ, ਇਹਦਾ ਮਨ ਸੱਚਾ ਹੈ ਤੇ ਪਰਮਾਤਮਾ ਨੂੰ ਚੰਗਾ ਲੱਗ ਗਿਆ, ਪਰਮਾਤਮਾ ਨੂੰ ਭਾ ਗਿਆ, ਪਰਮਾਤਮਾ ਨੇ ਇਹਨੂੰ ਸਤਿਕਾਰ ਲਿਆ। ਤਖਤ ਨਿਵਾਸ ਤੇ ਇਹਦਾ ਫਿਰ ਵਾਸਾ ਹੋਏਗਾ ਤਖਤ ਤੇ, ਸੱਚਖੰਡ ਦੇ ਤਖਤ ਤੇ ਇਹਨੂੰ ਜਾ ਕੇ ਗੁਰੂ ਮਹਾਰਾਜ ਜੀ ਸਤਿਕਾਰ ਦੇ ਨਾਲ ਬਿਠਾਉਣਗੇ। ਕਿਉਂਕਿ ਡਰ ਮੈਂ ਘਰ, ਇਹਨੇ ਆਪਣੇ ਸਰੀਰ ਦੇ ਵਿੱਚ ਗੁਰੂ ਦਾ ਡਰ ਰੱਖਿਆ। ਘਰ ਮਹਿ ਡਰ, ਤੇ ਆਪਣੇ ਸਰੀਰ ਨੂੰ ਸਦਾ ਗੁਰੂ ਮਹਾਰਾਜ ਜੀ ਦੀ ਡਰ ਦੇ ਵਿੱਚ ਰੱਖਣਾ ਕੀਤਾ ਹੈ। ਇਹ ਇਹਨੇ ਜਾਣ ਲਿਆ, ਸਿੱਖ ਲਿਆ। ਤੇ ਗੁਰੂ ਮਹਾਰਾਜ ਜੀ ਸੱਚ ਮਨ ਭਾਣੇ, ਦਾ ਮਨ ਸੱਚਾ ਹੈ ਤੇ ਉਹ ਪ੍ਰਭੂ ਪਰਮਾਤਮਾ ਨੂੰ ਸੱਚਾ ਮਾਣੇ, ਜਿਹੜਾ ਉਹ ਭਾ ਗਿਆ। ਤਖਤ ਨਿਵਾਸ ਤੇ ਸੱਚੇ ਸਤਿਗੁਰ ਨੇ ਕਿਰਪਾ ਕੀਤੀ ਹੈ। ਇਸ ਗੁਰਸਿੱਖ ਦਾ ਜਿਹੜਾ ਵਾਸਾ ਹੈ ਉਸ ਤਖਤ ਤੇ ਹੋਵੇਗਾ। ਇਤਨੀ ਕੁ ਸੇਵਾ ਆਪ ਸੰਗਤਾਂ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਸਾਨੂੰ ਦਇਆ ਕਰਨ ਦੀ, ਦਾਨ ਕਰਨ ਦੀ
ਅੰਤਰਮੁਖ ਹੋਣ ਦੀ, ਅਜੱਪਾ ਜਾਪ ਚਲਾਉਣ ਦੀ ਤੇ ਗੁਰੂ ਦੇ ਡਰ ਦੇ ਵਿੱਚ ਰਹਿ ਕੇ ਗੁਰੂ ਦੇ ਹੁਕਮ ਨੂੰ, ਮਰਿਆਦਾ ਨੂੰ ਧਾਰਨ ਕਰਨ ਦੀ ਇਹ ਗੁਰੂ ਮਹਾਰਾਜ ਜੀ ਦੇ ਦਰ ਤੋਂ ਦਾਤ ਪ੍ਰਾਪਤ ਹੋਵੇ। ਦੇਹੋ ਸੱਜਣ ਆਸੀਸ ਰੀਆ, ਜੋ ਹੋਵੇ ਸਹਿਬ ਸਿਉ ਮੇਲ। ਡਰ ਡਰ ਮਰੈ